ਸਾਡੇ ਸਹਿਯੋਗੀ ਰਾਜੀਵ लगातार ਉਚਾਈ ਤੇ ਥਾਂ ਤੇ ਮੌਜੂਦ ਨੇ, कह ਲਈਏ कि ਬੱਸ ਤੇ ਮੌਜੂਦ ਨੇ, क्योंकि ਉੱਪਰੋਂ जो है तस्वीर ਤੁਹਾਨੂੰ ਪੂਰੇ ਤਰੀਕੇ ਦੇ ਨਾਲ ਦਿਖਾ ਰਹੇ ਨੇ। ਐਕਸਕਲੂਸਿਵ ਇਹ ਤਸਵੀਰ है, बहुत सारे लोग ਅਸੀਂ ਵੇਖ ਰਹੇ ਹਾਂ कि ਛੱਤਾਂ ਤੇ ਚੜੇ ਹੋਏ ਨੇ, क्योंकि जो हालात बने हुए ने। राजीव, मेरी आवाज आ पा रही है? राजीव, जेकर मेरी आवाज आ पा रही है तो इस वेले दी स्थिति की है? जी बिल्कुल गुरजोत, जी बिल्कुल गुरजोत, इस वेले दी जिहड़ी स्थिति है काफ़ी तनावपूर्ण बनी हुई है। और जिद्दां पहलां तस्वीरां दिखाईआं तां मैं हुण समझाउण दी कोशिश करदा कि आखिरकार पूरा ਇਹ किस तरीके दे नाल टकरा जिहड़ा किस थां ते हुंदा। इत्थों जेकर तुसीं देखो कि सामने हाईवे है और हाईवे दे नाल जिहड़ी सर्विस लेन है उस तो अगे जिथे इस वेले दोबारा पुलिस की बैरीकेडिंग नज़र आ रही है, ये लिंक रोड है जिहड़ी कि उस शराब फैक्ट्री वाले पासे जाती है। और इत्थों ही जिहड़ी टकरा दी है वो शुरुआत हुंदी है कि पुलिस उन्हां किसानां नूं रोकण दी कोशिश करदी है, पर किसान इक्को जिद ते अड़े होए सी कि असीं ਅੱਗੇ ਜਾਣਾ ਚਾਹੁੰਦੇ। ਔਰ ਇਹ ਜਿਹੜੀ ਗੱਡੀ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਨਜ਼ਰ ਆ ਰਹੀ ਹੈ, ਇਸ ਦੇ ਹਾਲਾਤ ਕੁਝ ਦੇਰ ਪਹਿਲਾਂ ਅਜਿਹੇ ਨਹੀਂ ਸਨ। ਤਾਂ ਇਸ ਗੱਡੀ ਦੇ ਵਿੱਚ ਜਿਹੜੇ ਕਿਸਾਨ ਆਗੂ ਮੌਜੂਦ ਸੀ ਔਰ ਜਿਹੜਾ ਚਾਲਕ ਸੀ ਕਿਸਾਨ, ਉਹ ਇਸ ਗੱਡੀ ਨੂੰ ਅੱਗੇ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦਾ ਸੀ। ਪਰ ਪੁਲਿਸ ਦੇ ਅਸੀਂ ਕਹੀਏ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਨੇ, ਜਿਨ੍ਹਾਂ ਦੇ ਵਿੱਚ ਮਹਿਲਾ ਕਾਂਸਟੇਬਲ, ਮਹਿਲਾ ਪੁਲਿਸ ਅਧਿਕਾਰੀ ਉਹ ਵੀ ਮੌਜੂਦ ਸੀ, ਤਾਂ ਉਹਨਾਂ ਵੱਲੋਂ ਇਸ ਗੱਡੀ ਨੂੰ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਿੱਛੇ। ਪਰ ਇਹ ਗੱਡੀ ਜਿਹੜੀ ਹੈ ਉਹ ਉਸ ਪੁਲਿਸ ਦੀ ਟੀਮ ਵਾਲੇ ਪਾਸੇ ਨੂੰ ਚੜਾਉਣ ਦੀ ਜਦੋਂ ਕੋਸ਼ਿਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਟਕਰਾਅ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ। ਪੁਲਿਸ ਬਾਅਦ ਦੇ ਵਿੱਚ ਗੁੱਸੇ ਦੇ ਵਿੱਚ ਨਜ਼ਰ ਆਈ। ਉਸ ਤੋਂ ਬਾਅਦ ਇਸ ਗੱਡੀ ਦੀ ਤੋੜ ਭੰਨ ਜਿਹੜੀ ਆ ਉਹ ਕੀਤੀ ਗਈ ਔਰ ਪੁਲਿਸ ਦੇ ਨਾਲ ਜਿਹੜੇ ਕਿਸਾਨ ਨੇ ਉਹ ਡਾਂਗੋ ਡਾਂਗੀ ਹੁੰਦੇ ਵੀ ਨਜ਼ਰ ਆਏ। ਤਾਂ ਕਿਤੇ ਨਾ ਕਿਤੇ ਪੁਲਿਸ ਦੇ ਲਈ ਇੱਕ ਬਹੁਤ ਵੱਡੀ ਅਸੀਂ ਕਹਿ ਸਕਦੇ ਚੁਣੌਤੀ ਜ਼ਰੂਰ ਬਣਿਆ ਹੋਇਆ ਪੂਰਾ ਮਾਮਲਾ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇੱਕ ਦੂਸਰਾ ਰਸਤਾ ਹੈ ਜੋ ਪੁਲਿਸ ਵੱਲੋਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਕਿ ਤੁਸੀਂ ਉਸ ਰਸਤੇ ਰਾਹੀਂ ਜਾ ਸਕਦੇ ਹੋ, ਕਿਉਂਕਿ ਕੱਲ ਹੀ ਐਸਐਸਪੀ ਨੇ ਇਹ ਕਲੀਅਰ ਕੀਤਾ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਧਾਰਾ 144 ਲੱਗੀ ਹੋਈ ਹੈ। ਜੇਕਰ ਇਸ ਪਾਸੇ ਕੋਈ ਜਾਏਗਾ ਜਾਂ ਪੁਲਿਸ ਦੇ ਕੰਮ ਦੇ ਵਿੱਚ ਕੋਈ ਵਿਘਨ ਪਾਉਂਦਾ ਤਾਂ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਹੋਏਗੀ। ਪਰ ਕਿਸਾਨ ਇਸ ਜਿੱਦ ਤੇ ਅੜੇ ਹੋਏ ਸੀ ਕਿ ਉਹ ਇਸੇ ਰਸਤੇ ਰਾਹੀਂ ਹੀ ਪੱਕੇ ਮੋਰਚੇ ਤੇ ਜਾਣਾ ਚਾਹੁੰਦੇ ਨੇ। ਤਾਂ ਇੱਕ ਵਾਰ ਮੈਂ ਹੁਣ ਉਹ ਵੀ ਤਸਵੀਰ ਦਿਖਾਉਣਾ ਕਿ ਜਿੱਥੋਂ ਇਸ ਟਕਰਾਅ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਉਸ ਬੈਰੀਕੇਡ ਨੂੰ ਪਹਿਲਾਂ ਤੋੜਿਆ ਜਾਂਦਾ ਹੈ। ਬੈਰੀਕੇਡ ਜਿਹੜੇ ਨੇ ਉਹ ਚੱਕ ਕੇ ਹਾਈਵੇ ਵਾਲੇ ਪਾਸੇ ਸਿੱਟ ਦਿੱਤੇ ਜਾਂਦੇ ਨੇ। ਤਾਂ ਇੱਥੇ ਤੁਸੀਂ ਦੇਖੋ ਕਿ ਇਹ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਹੈ, ਜਿੱਥੋਂ ਦੀ ਤਸਵੀਰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ। ਸਾਹਮਣੇ ਜਿਹੜੇ ਬੈਰੀਕੇਡ ਨਜ਼ਰ ਆ ਰਹੇ ਨੇ ਉਹ ਕੁਝ ਦੇਰ ਪਹਿਲਾਂ ਇਸ ਲਿੰਕ ਰੋਡ ਵਾਲੇ ਪਾਸੇ ਇਸ ਲਿੰਕ ਰੋਡ ਨੂੰ ਬੰਦ ਕਰਨ ਦੇ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਏ ਗਏ ਸੀ। ਤਾਂ ਹੁਣ ਇੱਕ ਹੋਰ ਤਸਵੀਰ ਜਿੱਥੇ ਹਾਲੇ ਵੀ ਪੁਲਿਸ ਦੀ ਜਿਹੜੀ ਬੈਰੀਕੇਡਿੰਗ ਦੇ ਪਿੱਛੇ ਕਿਸਾਨਾਂ ਦੇ ਝੰਡਿਆਂ ਵਾਲੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ। ਜਿਹੜੀ ਜਥੇਬੰਦੀ ਇੱਥੇ ਵੱਡੇ ਪੱਧਰ ਤੇ ਪਹੁੰਚਦੀ ਹੈ ਉਹਨਾਂ ਦੀਆਂ ਗੱਡੀਆਂ ਹਾਲੇ ਵੀ ਉੱਥੇ ਰੋਕੀਆਂ ਗਈਆਂ ਨੇ। ਪਰ ਜਿਹੜੀ ਗੱਡੀ ਇਸ ਪੂਰੇ ਕਿਸਾਨਾਂ ਦੇ ਜਥੇ ਦੀ ਅਗਵਾਈ ਕਰ ਰਹੀ ਸੀ ਉਹ ਗੱਡੀ ਅੱਗੇ ਮੰਗਵਾ ਲਈ ਜਾਂਦੀ ਹੈ ਔਰ ਉਹੀ ਗੱਡੀ ਬੈਰੀਕੇਡ ਤੋੜਨ ਤੋਂ ਬਾਅਦ ਪੁਲਿਸ ਵਾਲੇ ਪਾਸੇ ਨੂੰ ਚੜਾਈ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਹੋਈ, ਉਸ ਤੋਂ ਬਾਅਦ ਇੱਥੇ ਜਿੱਥੇ ਕੁਝ ਬੈਰੀਕੇਡ ਡਿੱਗੇ ਨਜ਼ਰ ਆ ਰਹੇ ਨੇ ਔਰ ਇਸ ਥਾਂ ਤੇ ਜਿੱਥੇ ਫਿਰ ਤੋਂ ਬੈਰੀਕੇਡਿੰਗ ਪੁਲਿਸ ਵੱਲੋਂ ਕੀਤੀ ਹੋਈ ਔਰ ਜਿੱਥੇ ਪੁਲਿਸ ਦਾ ਇੱਕ ਟੈਂਟ ਨਜ਼ਰ ਆ ਰਿਹਾ ਹੈ। 2 ਦਿਨ ਪਹਿਲਾਂ ਇੱਥੇ ਕਾਰਵਾਈ ਕੀਤੀ ਗਈ ਸੀ ਕਿਉਂਕਿ ਪਹਿਲਾਂ ਕਿਸਾਨ ਇੱਥੇ ਵੀ ਡਟੇ ਹੋਏ ਸੀ, ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਇਸ ਰਸਤੇ ਤੋਂ ਅਸੀਂ ਪੁਲਿਸ ਦੀਆਂ ਗੱਡੀਆਂ ਅੱਗੇ ਨਹੀਂ ਜਾਣ ਦੇਵਾਂਗੇ। ਤਾਂ ਉਸ ਤੋਂ ਬਾਅਦ ਕਈ ਲੋਕਾਂ ਤੇ ਪਰਚੇ ਵੀ ਦਰਜ ਕੀਤੇ ਗਏ ਔਰ ਐਸਐਸਪੀ ਨੇ ਵੀ ਇਹ ਸਪਸ਼ਟ ਕੀਤਾ ਸੀ ਕਿ ਜੇਕਰ ਪੁਲਿਸ ਦੀ ਕਾਰਵਾਈ ਜਾਂ ਪੁਲਿਸ ਦੇ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਦੇਵੇਗਾ ਤਾਂ ਉਸ ਤੇ ਕਾਰਵਾਈ ਲਾਜ਼ਮੀ ਤੌਰ ਤੇ ਕੀਤੀ ਜਾਏਗੀ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਕੁਝ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ, ਕਿਉਂਕਿ ਜਦੋਂ ਇਹ ਪੂਰੀ ਝੜਪ ਹੁੰਦੀ ਹੈ, ਸਕਫਲ ਹੁੰਦੀ ਹੈ ਤਾਂ ਗੱਡੀ ਕੁਝ ਮੁਲਾਜ਼ਮਾਂ ਦੇ ਪੈਰਾਂ ਦੇ ਉੱਤੇ ਚੜਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਮੁਲਾਜ਼ਮਾਂ ਦਾ ਜਿਹੜਾ ਗੁੱਸਾ ਹੈ ਉਹ ਦੇਖਣ ਨੂੰ ਮਿਲਿਆ ਸੀ, ਕਿਉਂਕਿ ਮੁਲਾਜ਼ਮ ਪਹਿਲਾਂ ਅਪੀਲ ਕਰ ਰਹੇ ਸੀ ਕਿਸਾਨਾਂ ਨੂੰ ਕਿ ਤੁਸੀਂ ਇਸ ਰਸਤੇ ਤੋਂ ਅੱਗੇ ਨਾ ਜਾਓ। ਤੁਸੀਂ ਦੇਖ ਸਕਦੇ ਹੋ ਕਿ ਏਆਰਪੀ ਹੋਰ ਜਿਹੜੇ ਪੰਜਾਬ ਪੁਲਿਸ ਦੇ ਕਮਾਂਡੋ ਨੇ ਤਾਂ ਇਹ ਸਾਰੇ ਜਿਹੜੇ ਜਵਾਨ ਨੇ ਇਹੀ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਗੱਡੀ ਜਦੋਂ ਇਹਨਾਂ ਜਵਾਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਗੁੱਸਾ ਦੇਖਣ ਨੂੰ ਮਿਲਿਆ। ਹਾਲਾਂਕਿ ਕਿਸਾਨਾਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਲਾਠੀ ਡੰਡਿਆਂ ਦੇ ਨਾਲ ਵਾਰ ਕੀਤੇ। ਪਰ ਪੂਰੀ ਸਥਿਤੀ ਕਿਉਂ ਇਹ ਬਣੀ, ਕਿਉਂਕਿ ਇਸ ਰਸਤੇ ਨੂੰ ਲੈ ਕੇ ਹੀ ਇਸ ਵੇਲੇ ਕਹਿ ਸਕਦੇ ਕਿ ਇੱਕ ਵੱਡਾ ਰੇੜਕਾ ਬਣਿਆ ਹੋਇਆ ਔਰ ਪੁਲਿਸ ਦੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਇਹ ਬੱਸਾਂ ਇੱਥੇ ਨਾ ਹੁੰਦੀਆਂ ਤਾਂ ਇਹ ਗੱਡੀ ਜਿਹੜੀ ਹੈ ਇਹ ਪੱਕੇ ਮੋਰਚੇ ਵਾਲੇ ਪਾਸੇ ਇਸ ਸੜਕ ਤੋਂ ਜਾ ਸਕਦੀ ਸੀ। ਪਰ ਪੁਲਿਸ ਮੁਲਾਜ਼ਮਾਂ ਨੇ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਮੁਸ਼ੱਕਤ ਕੀਤੀ, ਜ਼ਖਮੀ ਵੀ ਹੋਏ, ਸੱਟਾਂ ਵੀ ਪੁਲਿਸ ਮੁਲਾਜ਼ਮਾਂ ਨੂੰ ਲੱਗੀਆਂ ਨੇ। ਪਰ ਇਹ ਪਿਛਲੇ 4-5 ਦਿਨਾਂ ਤੋਂ ਇਸੇ ਤਰੀਕੇ ਦੇ ਨਾਲ ਡਿਊਟੀ ਉੱਤੇ ਡਟੇ ਹੋਏ ਨੇ। ਤਾਂ ਬੜੀ ਅਸੀਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਕਿਤੇ ਨਾ ਕਿਤੇ ਪਰੇਸ਼ਾਨ ਕਰਨ ਵਾਲੀ ਵੀ ਹੈ, ਕਿਉਂਕਿ ਇੱਕ ਪਾਸੇ ਤਾਂ ਅਸੀਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਉਹ ਦਿੰਦੇ ਆ, ਪਰ ਜਦੋਂ
ਅਜਿਹੀਆਂ ਸਥਿਤੀਆਂ ਬਣਦੀਆਂ ਨੇ, ਅਜਿਹੇ ਹਾਲਾਤ ਹੁੰਦੇ ਨੇ ਤਾਂ ਫਿਰ ਇੱਕ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਬਣਦੀ ਹੈ। ਟਕਰਾਅ ਦੀਆਂ ਤਸਵੀਰਾਂ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਨੈਸ਼ਨਲ ਹਾਈਵੇ 54 ਦੇ ਬਿਲਕੁਲ ਨੇੜੇ ਦੀ ਇਸ ਵੇਲੇ ਦੀ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸੇ ਥਾਂ ਤੇ ਹੀ ਪੂਰੀ ਝੜਪ ਜਿਹੜੀ ਹੈ ਉਹ ਹੁੰਦੀ ਹੈ। ਔਰ ਕੱਲ ਵੀ ਕਿਸਾਨ ਜਿਹੜੇ ਨੇ ਇਸੇ ਰਸਤੇ ਤੋਂ ਜ਼ਬਰਦਸਤੀ ਅੱਗੇ ਵਧੇ ਸਨ ਤਾਂ ਪੁਲਿਸ ਮੁਲਾਜ਼ਮ ਜਿਹੜੇ ਨੇ ਜ਼ਖਮੀ ਹੋਏ ਉਹਨਾਂ ਦਾ ਰਾਜੀਵ ਹੁਣ ਕਿਸਾਨ ਅੱਗੇ ਜਾ ਚੁੱਕੇ ਨੇ। ਜੋ ਤਸਵੀਰ ਸਾਨੂੰ ਨਜ਼ਰ ਆ ਰਹੀ ਹੈ, ਥੋੜੀ ਜਿਹੀ ਇਹ ਤਸਵੀਰ ਜ਼ਰੂਰ ਸਮਝਾਓ ਕਿਉਂਕਿ ਕਿਸਾਨ ਇਸੇ ਤੇ ਅੜੇ ਹੋਏ ਸਨ ਕਿ ਉਹਨਾਂ ਨੇ ਅੱਗੇ ਜਾਣਾ ਔਰ ਇਸ ਵੇਲੇ ਜੋ ਤਸਵੀਰ ਨਜ਼ਰ ਆਈ ਹੈ, ਜੋ ਟਕਰਾਅ ਵਾਲੀ ਸਥਿਤੀ ਬਣੀ ਹੈ, ਗੱਡੀ ਕੁਝ ਮੁਲਾਜ਼ਮਾਂ ਦੇ ਪੈਰਾਂ ਤੇ ਚੜੀ ਹੈ, ਜੋ ਤੁਸੀਂ ਸਾਰਾ ਕਿੱਸਾ ਦੱਸ ਰਹੇ ਹੋ, ਤਸਵੀਰਾਂ ਵੀ ਦੇਖ ਰਹੇ ਹਾਂ, ਤਾਂ ਹੁਣ ਅੱਗੇ ਕਿਸਾਨ ਜਾ ਚੁੱਕੇ ਨੇ। ਜੀ ਬਿਲਕੁਲ, ਜਿਹੜੇ ਕਿਸਾਨ ਆਪਣੀਆਂ ਗੱਡੀਆਂ ਤੋਂ ਇਲਾਵਾ ਪੈਦਲ ਇੱਥੇ ਪਹੁੰਚੇ ਸੀ ਉਹ ਹੁਣ ਇਸ ਰਸਤੇ ਦੇ ਰਾਹੀਂ ਤੁਸੀਂ ਦੇਖੋ ਕਿ ਇੱਥੇ ਹੀ ਜਦੋਂ ਪੁਲਿਸ ਇਹਨਾਂ ਕਿਸਾਨਾਂ ਦੇ ਪਿੱਛੇ ਭੱਜਦੀ ਹੈ ਤਾਂ ਇਹ ਉਹ ਰਸਤਾ ਹੈ ਜਿਹੜਾ ਕਿ ਅਮੂਮਨ ਪਹਿਲਾਂ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ ਫੈਕਟਰੀ ਦੇ ਲਈ, ਹਾਈਵੇ ਤੋਂ ਜਾਣ ਵਾਲਾ ਇਹੀ ਰਸਤਾ ਹੈ। ਪਰ ਜਦੋਂ ਤੋਂ ਟਕਰਾਅ ਦੀ ਸਥਿਤੀ ਬਣੀ ਹੈ, ਜਦੋਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਫੈਕਟਰੀ ਨੂੰ ਬੰਦ ਕੀਤਾ ਜਾਵੇ, ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਇੱਕ ਪਲੈਨਿੰਗ ਬਣਾਈ ਸੀ ਕਿ ਪੱਕੇ ਮੋਰਚੇ ਨੂੰ ਜਾਰੀ ਰਹਿਣ ਦਿੱਤਾ ਜਾਏਗਾ, ਪੱਕੇ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਪੁਲਿਸ ਵੱਲੋਂ ਨਹੀਂ ਦਿੱਤੀ ਜਾਏਗੀ। ਪਰ ਇਹ ਗੱਲ ਕਹੀ ਸੀ ਕਿ ਇੱਕ ਹੋਰ ਜਿਹੜਾ ਰਸਤਾ ਹੈ ਉਸ ਰਸਤੇ ਤੋਂ ਕਿਸਾਨ ਜਿਹੜੇ ਨੇ ਉਹ ਮੋਰਚੇ ਤੇ ਪਹੁੰਚ ਸਕਦੇ ਨੇ, ਪਰ ਇਸ ਰਸਤੇ ਦਾ ਇਸਤੇਮਾਲ ਜੋ ਹੈ ਉਹ ਨਹੀਂ ਕਰਨ ਦਿੱਤਾ ਜਾਏਗਾ। ਪਰ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਰਸਤਾ ਆਮ ਲੋਕਾਂ ਦਾ ਹੈ, ਆਮ ਲੋਕਾਂ ਦੇ ਪਿੰਡਾਂ ਦੇ ਜਾਣ ਦੇ ਲਈ ਬਣਿਆ, ਪਰ ਇਸ ਰਸਤੇ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਸਰਕਾਰ ਅਤੇ ਜਿਹੜੀ ਪੁਲਿਸ ਹੈ ਉਹ ਸਰਕਾਰ ਜਿਹੜੀ ਹਾਈ ਕੋਰਟ ਦੇ ਆਦੇਸ਼ ਨੇ ਜਾਂ ਫਿਰ ਧਾਰਾ 144 ਦਾ ਹਵਾਲਾ ਦਿੱਤਾ ਜਾ ਰਿਹਾ ਕਿ ਜੇਕਰ ਇਸ ਪਾਸੇ ਕੋਈ ਆਏਗਾ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ। ਕੱਲ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਇਸੇ ਰਸਤੇ ਤੋਂ ਅੱਗੇ ਪਹੁੰਚਦੇ ਨੇ। ਹਾਲਾਂਕਿ ਕੱਲ ਇਸ ਤਰੀਕੇ ਦੇ ਨਾਲ ਬੱਸਾਂ ਲਗਾ ਕੇ ਰਸਤਾ ਬੰਦ ਨਹੀਂ ਸੀ ਕੀਤਾ। ਅੱਜ ਦੀ ਜਿਹੜੀ ਬੈਰੀਕੇਡਿੰਗ ਹੈ ਕੱਲ ਦੇ ਨਾਲੋਂ ਕਿਤੇ ਜ਼ਿਆਦਾ ਸੀ, ਪਰ ਆਖਿਰਕਾਰ ਕਿਉਂ ਕਿਸਾਨ ਇਹਨਾਂ ਬੈਰੀਕੇਡਿੰਗ ਨੂੰ, ਪੁਲਿਸ ਦੇ ਪੂਰੇ ਪ੍ਰਬੰਧਾਂ ਨੂੰ ਤੋੜ ਕੇ ਅੱਗੇ ਜਾਣ ਦੇ ਵਿੱਚ ਕਾਮਯਾਬ ਹੁੰਦੇ ਨੇ, ਇਸ ਬਾਰੇ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀ ਦੱਸ ਸਕਦੇ ਨੇ। ਪਰ ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਸੀ। ਗੱਡੀ ਜਿਹੜੀ ਆ ਉਹ ਪੁਲਿਸ ਮੁਲਾਜ਼ਮਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਅਸੀਂ ਵੇਖਿਆ ਰਾਜੀਵ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਔਰ ਹੱਥ ਦੇ ਵਿੱਚ ਡਾਂਗਾ ਪੁਲਿਸ ਦੇ ਤਾਂ ਸਮਝਦੇ ਆ ਦਖਲਅੰਦਾਜ਼ੀ ਨਹੀਂ ਦੇਵਾਂਗੇ, ਉਹਨਾਂ ਨੇ ਕਾਰਵਾਈ ਕਰਨੀ ਹੁੰਦੀ ਹੈ। ਹਾਂ ਰਾਜੀਵ, ਉਹਨਾਂ ਨੇ ਕਾਰਵਾਈ ਕਰਨੀ ਹੁੰਦੀ ਹੈ, ਲੋੜ ਪੈਣ ਤੇ ਜਿਹੜੀਆਂ ਡਾਂਗਾ ਨੇ ਉਹ ਵਰਤੀਆਂ ਜਾਂਦੀਆਂ ਨੇ ਲਾਠੀ ਚਾਰਜ ਦੇ ਲਈ, ਪਰ ਅੱਜ ਕੱਲ ਅਸੀਂ ਵੇਖ ਰਹੇ ਹਾਂ ਕਿਸਾਨਾਂ ਦੇ ਹੱਥਾਂ ਦੇ ਵਿੱਚ ਬਿਲਕੁਲ ਇਸ ਵੇਲੇ ਦੀ ਫਿਰ ਗੁਰਜੋਤ ਤੁਸੀਂ ਦੇਖੋ ਇੱਕ ਵਾਰ ਫਿਰ ਕਿਸਾਨ ਜਿਹੜੇ ਨੇ ਉਹ ਪਹੁੰਚੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਦੁਬਾਰਾ ਟਕਰਾਅ ਦੀ ਸਥਿਤੀ ਬਣਦੀ ਹੈ ਜਾਂ ਨਹੀਂ, ਕਿਉਂਕਿ ਵੱਡੀ ਤਾਦਾਦ ਦੇ ਵਿੱਚ ਫਿਰ ਕਿਸਾਨ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਝੰਡੀਆਂ ਲੈ ਕੇ ਪਹੁੰਚੇ ਨੇ ਤਾਂ ਹੁਣ ਇਹਨਾਂ ਨੂੰ ਆਰਾਮ ਦੇ ਨਾਲ ਇੱਥੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਤਾਂ ਜੇਕਰ ਪਹਿਲਾਂ ਹੀ ਇਸ ਤਰੀਕੇ ਦੀ ਇਜਾਜ਼ਤ ਦਿੱਤੀ ਹੁੰਦੀ ਤਾਂ ਸ਼ਾਇਦ ਟਕਰਾਅ ਦੀ ਸਥਿਤੀ ਨਾ ਬਣਦੀ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਬੜੇ ਆਰਾਮ ਦੇ ਨਾਲ ਉਹਨਾਂ ਜਿਹੜੇ ਬੈਰੀਕੇਡ ਲੱਗੇ ਹੋਏ ਸੀ ਉਹ ਤੋਂ ਉਹਨਾਂ ਨੂੰ ਹੁਣ ਅੱਗੇ ਭੇਜਿਆ ਜਾ ਰਿਹਾ। ਹਾਲਾਂਕਿ ਪਹਿਲਾਂ ਰੋਕਿਆ ਗਿਆ ਸੀ, ਰੋਕਣ ਤੋਂ ਬਾਅਦ ਜਿਹੜਾ ਮਾਹੌਲ ਹੈ ਉਹ ਗਰਮ ਹੋਇਆ ਸੀ ਔਰ ਹੁਣ ਤੁਸੀਂ ਦੇਖੋ ਕਿ ਕਿਸਾਨ ਹੱਥਾਂ ਦੇ ਵਿੱਚ ਝੰਡੇ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਆਰਾਮ ਦੇ ਨਾਲ ਉਸੇ ਹੀ ਰਸਤੇ ਤੋਂ ਜਾ ਰਹੇ ਨੇ ਜਿੱਥੇ ਕੁਝ ਦੇਰ ਪਹਿਲਾਂ ਟਕਰਾਅ ਦੀ ਸਥਿਤੀ ਬਣੀ, ਗੱਡੀ ਤੱਕ ਭੰਨ ਦਿੱਤੀ ਗਈ ਔਰ ਪਹਿਲਾਂ ਗੱਡੀ ਜਿਹੜੀ ਮੁਲਾਜ਼ਮਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਕਾਰਨ ਇਹੀ ਸੀ ਕਿ ਅਸੀਂ ਇਸ ਰਸਤੇ ਤੋਂ ਆਪਣਾ ਜਿਹੜਾ ਮੋਰਚਾ ਚੱਲ ਰਿਹਾ ਕਿਸਾਨਾਂ ਦਾ, ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇ ਲਈ ਇਹ ਅੱਗੇ ਜਾਣਾ ਚਾਹੁੰਦੇ ਸੀ। ਤਾਂ ਹੁਣ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਅੱਗੇ ਵਧਦੇ ਨਜ਼ਰ ਆ ਰਹੇ ਨੇ ਤਾਂ ਸ਼ਾਇਦ ਅੱਗੇ ਜਿੱਥੇ ਮੋਰਚਾ ਚੱਲ ਰਿਹਾ ਉਸ ਪਾਸੇ ਵੀ ਟਕਰਾਅ ਦੀ ਸਥਿਤੀ ਜ਼ਰੂਰ ਬਣੀ ਹੋਏਗੀ ਤਾਂ ਅਸੀਂ ਉੱਧਰ ਵੀ ਜਾਣ ਦੀ ਕੋਸ਼ਿਸ਼ ਕਰਦੇ ਕਿਉਂਕਿ ਇਸ ਵੇਲੇ ਪੁਲਿਸ ਮੁਲਾਜ਼ਮ ਵੀ ਉਸ ਪਾਸੇ ਨੂੰ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਉੱਥੋਂ ਦੀ ਤਸਵੀਰ ਹੁਣ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਬਿਲਕੁਲ ਐਕਸਕਲੂਸਿਵ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਜੀਰਾ ਤੋਂ। ਇਸ ਦੀਆਂ ਤਸਵੀਰਾਂ ਨੇ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਇੱਕ ਘਰ ਦੀ ਛੱਤ ਤੇ ਮੌਜੂਦ ਨੇ ਜਿੱਥੋਂ ਸਾਰਾ ਇਹ ਹਾਲਾਤ ਜੋ ਬਣੇ ਹੋਏ ਨੇ ਹੇਠਾਂ ਉਹ ਦਿਖਾ ਰਹੇ ਨੇ ਕਿਉਂਕਿ ਇੱਕ ਰਸਤਾ ਹੈ, ਇਸ ਰਸਤੇ ਨੂੰ ਲੈ ਕੇ 144 ਧਾਰਾ ਸੀ ਬੇਸ਼ੱਕ, ਪਰ ਅਜੇ ਤਸਵੀਰ ਦੇਖ ਰਹੇ ਹਾਂ ਕਿ ਕਿਸਾਨਾਂ ਨੂੰ ਹੁਣ ਨਿਕਲਣ ਦਿੱਤਾ ਜਾ ਰਿਹਾ। ਪਰ ਇਸ ਤੋਂ ਥੋੜੀ ਦੇਰ ਪਹਿਲਾਂ ਟਕਰਾਅ ਵਾਲੀ ਸਥਿਤੀ ਬਣੀ ਹੈ। ਮਸਲਾ ਹੈ ਸ਼ਰਾਬ ਫੈਕਟਰੀ ਨੂੰ ਲੈ ਕੇ ਜਿਸ ਨੂੰ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ 3-4 ਦਿਨ ਤੋਂ ਇਹ ਹਾਲਾਤ ਬਣੇ ਹੋਏ ਨੇ। ਬੀਤੇ ਦਿਨ ਵੀ ਟਕਰਾਅ ਵਾਲੀ ਸਥਿਤੀ ਬਣੀ ਸੀ, ਬੀਤੇ ਦਿਨ ਵੀ ਪ੍ਰਦਰਸ਼ਨਕਾਰੀ ਔਰ ਪੁਲਿਸ ਜਿਹੜੀ ਆ ਸਾਹਮਣੇ ਹੋਏ ਸਨ ਤਾਂ ਹੁਣ ਇਹ ਤਸਵੀਰਾਂ ਕੁਝ ਹੋਰ ਨੇ। ਤਸਵੀਰਾਂ ਇਸ ਵੇਲੇ ਬੇਖਤ ਤਣਾਅਪੂਰਨ ਨੇ, ਵੱਡਾ ਇਕੱਠ ਸਾਨੂੰ ਨਜ਼ਰ ਆ ਰਿਹਾ ਹੈ। ਰਾਜੀਵ
ਸੋ ਬਿਲਕੁਲ ਸਿੱਧੀਆਂ ਤਸਵੀਰਾਂ ਅਸੀਂ ਦੇਖ ਰਹੇ ਹਾਂ ਰਾਜੀਵ ਦੇ ਹਵਾਲੇ ਤੋਂ ਕਿ ਕਿਸ ਤਰੀਕੇ ਦੇ ਨਾਲ ਝੰਡੇ ਲੈ ਕੇ ਕਿਸਾਨ ਪਹੁੰਚੇ ਨੇ। ਬਹੁਤ ਵੱਡੀ ਤਾਦਾਦ ਹੈ ਕਿਸਾਨਾਂ ਦੀ ਜਿਹੜੇ ਨਾਅਰੇਬਾਜ਼ੀ ਕਰ ਰਹੇ ਨੇ। ਸੋ ਇਹ ਨਾਰੇ ਜਿਹੜੇ ਨੇ ਅਸੀਂ ਸੁਣ ਸਕਦੇ ਹਾਂ ਔਰ ਇਸੇ ਰੋਡ ਤੇ ਜਿਹੜਾ ਤਣਾਅਪੂਰਨ ਮਾਹੌਲ ਬਣਿਆ ਹੈ ਔਰ ਕਿਸਾਨ ਜਿਹੜੇ ਨੇ ਇੱਥੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ, ਜ਼ਿੱਦ ਤੇ ਅੜੇ ਸਨ। ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਜਿਹੜੀ ਹੈ ਕਿਸਾਨਾਂ ਦੀ ਉਸ ਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਹਿ ਸਕਦੇ ਆ ਕਿ ਉਸ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਸਾਰੇ ਕਿਸਾਨ ਉਸ ਗੱਡੀ ਤੇ ਚੜੇ ਹੋਏ ਸੀ ਔਰ ਅੱਗੇ ਜਿਹੜੇ ਨੇ ਉਹ ਪੁਲਿਸ ਮੁਲਾਜ਼ਮ ਖੜੇ ਸਨ, ਅਧਿਕਾਰੀ ਖੜੇ ਸਨ, ਪਰ ਉਹਨਾਂ ਤੇ ਹੀ ਜਿਹੜੀ ਗੱਡੀ ਹੈ ਉਹ ਥੋੜੀ ਜਾਂ ਕਹਿ ਲਈਏ ਕਿ ਚੜਾਈ ਗਈ ਔਰ ਉੱਥੇ ਕੁਝ ਜ਼ਖਮੀ ਵੀ ਹੋਏ ਨੇ ਮੁਲਾਜ਼ਮ। ਇਹ ਵੀ ਸਾਨੂੰ ਤੱਕ ਜਾਣਕਾਰੀ ਜਿਹੜੀ ਹੈ ਮਿਲੀ ਹੈ। ਤਾਂ ਇਹ ਉਹ ਤਸਵੀਰ ਹੈ ਜਿਸ ਦਾ ਮੈਂ ਜ਼ਿਕਰ ਕਰ ਰਹੀ ਹਾਂ। ਜੋ ਹਾਲਾਤ ਥੋੜੀ ਦੇਰ ਪਹਿਲਾਂ ਬਣੇ ਨੇ, ਹੁਣ ਤੋਂ ਥੋੜੀ ਦੇਰ ਪਹਿਲਾਂ ਹਾਲਾਤ ਬਣੇ ਨੇ, ਉਸ ਤੋਂ ਬਾਅਦ ਜਦੋਂ ਮੁਲਾਜ਼ਮ ਜਿਹੜੇ ਨੇ, ਕਿਉਂਕਿ ਜਦੋਂ ਪੁਲਿਸ ਤੇ ਇਸ ਤਰੀਕੇ ਦੇ ਨਾਲ ਜੋ ਅੱਗੇ ਕਾਰਵਾਈ ਹੋਏਗੀ, ਪ੍ਰਦਰਸ਼ਨਕਾਰੀ ਇਸ ਤਰੀਕੇ ਦੇ ਨਾਲ ਅੱਗੇ ਵਧਣਗੇ ਤਾਂ ਫਿਰ ਉਹ ਸੁਭਾਵਿਕ ਤੌਰ ਤੇ ਮੁਲਾਜ਼ਮ ਜਿਹੜੇ ਨੇ ਕਾਰਵਾਈ ਕਰਨਗੇ। ਤਾਂ ਫਿਰ ਉਹਨਾਂ ਦੇ ਵੱਲੋਂ ਇੱਥੇ ਜੋ ਹੈ ਡਾਂਗਾ ਜਿਹੜੀਆਂ ਨੇ ਵਰਾਈਆਂ ਗਈਆਂ ਨੇ। ਉਸ ਦੌਰਾਨ ਜਿਹੜੇ ਸ਼ੀਸ਼ੇ ਨੇ ਉਹ ਗੱਡੀ ਦੇ ਟੁੱਟੇ ਨੇ। ਬੱਸਾਂ ਇੱਥੇ ਖੜੀਆਂ ਨੇ। ਇਸੇ ਬੱਸਾਂ ਤੋਂ ਉੱਤੋਂ ਦੀ ਯਾਨੀ ਕਿ ਬੱਸਾਂ ਦੇ ਉੱਤੋਂ ਚੜ ਕੇ ਜਿਹੜੇ ਕਿਸਾਨ ਨੇ ਉਹ ਦੂਜੇ ਵਾਲੇ ਪਾਸੇ ਗਏ ਨੇ। ਰਾਜੀਵ ਲਗਾਤਾਰ ਨੇ ਸਾਡੇ ਨਾਲ ਮੌਜੂਦ। ਰਾਜੀਵ, ਮੇਰੀ ਆਵਾਜ਼ ਆ ਪਾ ਰਹੀ ਹੈ? ਅਪਡੇਟ ਚਾਹੁੰਦੇ ਆ ਜੀ ਬਿਲकुल ਗੁਰਜੋਤ, ਇੱਕ ਵਾਰ ਹੁਣ ਅਸੀਂ ਉਸ ਛੱਤ ਤੋਂ ਹੇਠਾਂ ਉਸ ਲਿੰਕ ਰੋਡ ਤੇ ਆ ਜਿਹੜੀ ਕਿ ਫੈਕਟਰੀ ਵਾਲੇ ਪਾਸੇ ਜਾਂਦੀ ਹੈ। ਠੀਕ ਮੇਰੇ ਪਿੱਛੇ ਤੁਸੀਂ ਦੇਖੋ ਕਿ ਜਿਹੜੀ ਤਸਵੀਰ ਹੁਣੇ ਕੁਝ ਦੇਰ ਪਹਿਲਾਂ ਅਸੀਂ ਦਿਖਾ ਰਹੇ ਸੀ ਕਿ ਕਿਸਾਨ ਹੋਰ ਵੀ ਵੱਡੀ ਤਾਦਾਦ ਦੇ ਵਿੱਚ ਇਸ ਥਾਂ ਵਾਲੇ ਪਾਸੇ ਨੂੰ ਵੱਧਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਹੁਣ ਬੜੇ ਆਰਾਮ ਦੇ ਨਾਲ ਪੁਲਿਸ ਨੂੰ ਇਹਨਾਂ ਨੂੰ ਪੁਲਿਸ ਵੱਲੋਂ ਅੱਗੇ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਤਾਂ ਹੁਣ ਅਸੀਂ ਫੈਕਟਰੀ ਵਾਲੇ ਪਾਸੇ ਨੂੰ ਚੱਲ ਕੇ ਤਸਵੀਰ ਜਿਹੜੀ ਆ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਧਰ ਕਿਸ ਤਰੀਕੇ ਦੇ ਹਾਲਾਤ ਨੇ। ਤਾਂ ਇਹ ਲਿੰਕ ਰੋਡ ਹੈ ਜਿਹੜੀ ਕਿ ਮਾਲਬਰੋ ਸ਼ਰਾਬ ਫੈਕਟਰੀ ਆ ਉਸ ਪਾਸੇ ਜਾਂਦੀ ਹੈ, ਜਿੱਥੇ ਪੁਲਿਸ ਦੀ ਤੈਨਾਤੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੇਖਣ ਨੂੰ ਮਿਲ ਰਹੀ ਸੀ। ਪਰ ਅੱਜ ਅਸੀਂ ਕਹਿ ਸਕਦੇ ਕਿ ਜਿਹੜੀ ਪੁਲਿਸ ਦੀ ਕਈ ਲੇਅਰਸ, ਕਈ ਅਸੀਂ ਜਿਹੜੇ ਕਹਿ ਸਕਦੇ ਚਾਹੇ ਉਹਦੇ ਵਿੱਚ ARP ਜਾਂ ਪੰਜਾਬ ਪੁਲਿਸ ਦੇ ਜਿਹੜੇ ਕਮਾਂਡੋ ਨੇ ਜਾਂ ਫਿਰ ਮਹਿਲਾ ਕਾਂਸਟੇਬਲ ਜਿਹੜੀਆਂ ਨੇ ਉਹਨਾਂ ਨੂੰ ਤੈਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬੈਰੀਕੇਡਸ ਦੀ ਵੀ ਜਿਹੜੀ ਹੈ ਇੱਕ ਲੇਅਰ ਤਿਆਰ ਕੀਤੀ ਗਈ ਸੀ ਤਾਂ ਕਿ ਕੋਈ ਅੱਗੇ ਨਾ ਵੱਧ ਸਕੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਜਿਹੜੇ ਬੈਰੀਕੇਡ ਨੇ ਉਹ ਚੱਕ ਕੇ ਹਾਈਵੇ ਵਾਲੇ ਪਾਸੇ ਕਿਸਾਨਾਂ ਵੱਲੋਂ ਸੁੱਟ ਦਿੱਤੇ ਗਏ। ਤਾਂ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ। ਤਾਂ ਹੁਣ ਬਹੁਤ ਵੱਡੀ ਜਿਹੜੀ ਗਿਣਤੀ ਦੇ ਵਿੱਚ ਕਿਸਾਨ ਸੀ ਉਹ ਅੱਗੇ ਮੋਰਚੇ ਵਾਲੇ ਪਾਸੇ ਨੂੰ ਵੱਧ ਚੁੱਕੇ ਨੇ ਔਰ ਕਈ ਕਿਸਾਨ ਹਾਲੇ ਵੀ ਜੋ ਨੇ ਇਸ ਸੜਕ ਦੇ ਰਾਹੀਂ ਆਉਂਦੇ ਹੋਏ ਨਜ਼ਰ ਆ ਰਹੇ ਨੇ। ਇੱਕ ਵਾਰ ਤਸਵੀਰ ਵੀ ਦਿਖਾ ਦਈਏ ਕਿ ਠੀਕ ਪਿੱਛੇ ਤੁਸੀਂ ਇਹ ਕਿਸਾਨ ਜਿਹੜੇ ਨੇ ਉਹ ਹੁਣ ਪੱਕੇ ਮੋਰਚੇ ਵਾਲੇ ਪਾਸੇ ਜਾ ਰਹੇ ਨੇ। ਤਾਂ ਕਿਉਂ? ਸੋ ਬਿਲਕੁਲ ਥੋੜੀ ਦੇਰ ਪਹਿਲਾਂ ਜਿਹੜੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਤਾਦਾਦ ਹੈ ਕਿਸਾਨਾਂ ਦੀ ਆ ਰਹੀ ਹੈ। ਜੀ ਗੁਰਜੋਤ, ਜਿੱਥੇ ਹੁਣ ਕਿਸਾਨ ਇੱਕ ਪਾਸੇ ਵਾਧੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਫੈਕਟਰੀ ਦਾ ਦੂਸਰਾ ਗੇਟ ਹੈ ਜਿਸ ਨੂੰ ਕਿ ਪੁਲਿਸ ਵੱਲੋਂ ਖੁਲਵਾਇਆ ਗਿਆ ਸੀ। ਫੈਕਟਰੀ ਦੇ ਜਿਹੜੇ ਮੁਲਾਜ਼ਮ ਨੇ ਉਸ ਗੇਟ ਦੇ ਰਾਹੀਂ ਹੀ ਅੰਦਰ ਭੇਜੇ ਗਏ ਸੀ। ਤਾਂ ਉਹ ਗੇਟ ਰਸਤੇ ਦੇ ਵਿੱਚ ਆਉਂਦਾ ਹੈ, ਉਸ ਦੇ ਨਾਲ ਬਿਲਕੁਲ ਖੇਤ ਨੇ। ਤਾਂ ਹੁਣ ਕੀ ਜਿਹੜੇ ਕਿਸਾਨ ਇੱਥੋਂ ਅੱਗੇ ਵਧੇ ਨੇ ਉਹਨਾਂ ਨੂੰ ਉੱਥੇ ਰੋਕਿਆ ਜਾਏਗਾ, ਇਹ ਮੋਰਚੇ ਤੇ ਪਹੁੰਚਣਗੇ? ਕਿਉਂਕਿ ਜੇਕਰ ਉੱਥੇ ਵੀ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਇੱਕ ਵੱਡੀ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਬਣ ਸਕਦੀ ਹੈ। ਕਿਉਂਕਿ ਉਸ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਪੁਲਿਸ ਛਾਉਣੀ ਦੇ ਵਿੱਚ ਤਾਂ ਪੂਰਾ ਇਲਾਕਾ ਪਹਿਲਾਂ ਹੀ ਕਈ ਦਿਨਾਂ ਤੋਂ ਤਬਦੀਲ ਕੀਤਾ ਹੋਇਆ, ਪਰ ਅੱਜ ਸਵੇਰ ਤੋਂ ਉੱਥੇ ਚਾਹੇ ਉਹ ਕੰਡਿਆਲੀ ਤਾਰ ਦੀ ਗੱਲ ਕਰ ਲਈਏ, ਫੈਂਸਿੰਗ ਦੀ ਗੱਲ ਕਰੀਏ ਜਾਂ ਫਿਰ ਜਿਹੜੇ ਬੈਰੀਕੇਡਸ ਨੇ ਉਹਨਾਂ ਤੋਂ ਇਲਾਵਾ ਕਈ ਗੱਡੀਆਂ, ਜਿਸ ਤਰ੍ਹਾਂ ਇੱਥੇ ਦੇਖਿਆ ਕਿ 2 ਬੱਸਾਂ ਲਗਾ ਕੇ ਰਾਹ ਬੰਦ ਕੀਤਾ ਗਿਆ ਸੀ, ਉੱਥੇ ਵੀ ਵੱਡੀ ਤਾਦਾਦ ਦੇ ਵਿੱਚ ਵਾਟਰ ਕੈਨਨ ਜਾਂ ਹੋਰ ਜਿਹੜੇ ਪੁਲਿਸ ਦੇ ਪ੍ਰਬੰਧ ਹੁੰਦੇ ਨੇ ਉਹ ਪੁਖਤਾ ਕੀਤੇ ਗਏ ਨੇ। ਤਾਂ ਉਸ ਥਾਂ ਤੇ ਜੇਕਰ ਕਿਸਾਨ ਜਾਂਦੇ ਨੇ ਤਾਂ ਅਸੀਂ ਕਹਿ ਸਕਦੇ ਕਿ ਬਹੁਤ ਜਿਹੜੀ ਸਥਿਤੀ ਹੈ ਉਹ ਤਣਾਅਪੂਰਨ ਵੀ ਹੋ ਸਕਦੀ ਹੈ ਔਰ ਹਾਲਾਤ ਜਿਹੜੇ ਨੇ ਉਹ ਵਿਗੜ ਵੀ ਸਕਦੇ ਨੇ। ਪਰ ਹੁਣ ਪੁਲਿਸ ਦੀ ਕੋਸ਼ਿਸ਼ ਇਹੀ ਰਹੇਗੀ ਕਿ ਕਿਸਾਨ ਕਿਸੇ ਤਰੀਕੇ ਜੇਕਰ ਇਹ ਬੈਰੀਕੇਡ ਤੋੜ ਕੇ ਅੱਗੇ ਪਹੁੰਚ ਵੀ ਗਏ ਨੇ ਤਾਂ ਉਹਨਾਂ ਨੂੰ ਹੁਣ ਉਸ ਗੇਟ ਵਾਲੇ ਪਾਸੇ ਨਾ ਜਾਣ ਦਿੱਤਾ ਜਾਵੇ। ਕਿਉਂਕਿ ਕਿਸਾਨਾਂ ਦੀ ਤਾਂ ਇਹ ਜਿੱਦ ਸੀ ਕਿ ਅਸੀਂ ਪੱਕੇ ਮੋਰਚੇ ਤੇ ਜਾਣਾ ਚਾਹੁੰਦੇ ਹਾਂ, ਸਾਡਾ ਹੋਰ ਕੋਈ
ਮੰਤਵ ਨਹੀਂ ਹੈ। ਤਾਂ ਇੱਕ ਵਾਰ ਫਿਰ ਜਿਹੜੇ ਕਿਸਾਨ ਵੀ ਆ ਰਹੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਕਰੀਬ 1 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਜਿੱਥੇ ਪੱਕਾ ਮੋਰਚਾ ਚੱਲ ਰਿਹਾ। ਤਾਂ ਇੱਥੋਂ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਕਿ ਸਾਹਮਣੇੋਂ ਬਿਲਕੁਲ ਫੈਕਟਰੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਤਾਂ ਇਸ ਫੈਕਟਰੀ ਦਾ ਹੀ ਜਿਹੜਾ ਗੇਟ ਹੈ ਉਸ ਗੇਟ ਤੇ ਬਾਹਰ ਜੋ ਹੈ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਤੈਨਾਤ ਹੈ। ਐਸਐਸਪੀ ਜੋ ਨੇ ਫਿਰੋਜ਼ਪੁਰ ਦੇ ਉਹ ਵੀ ਉੱਥੇ ਮੌਜੂਦ ਨੇ ਔਰ ਪੱਕਾ ਕੈਂਪ ਜੋ ਹੈ ਪਰਸੋਂ ਤੋਂ ਉਹਨਾਂ ਵੱਲੋਂ ਉੱਥੇ ਕੀਤਾ ਗਿਆ ਕਿਉਂਕਿ ਪਰਸੋਂ ਤੋਂ ਹੀ ਜਿਹੜੀ ਹਲਚਲ ਨਜ਼ਰ ਆ ਰਹੀ ਸੀ। ਲਗਾਤਾਰ ਕੱਲ ਸ਼ਾਮ ਤੋਂ ਡਰੋਨ ਜਿਹੜਾ ਉਹ ਹਵਾ ਦੇ ਵਿੱਚ ਉੱਡਦਾ ਨਜ਼ਰ ਆਇਆ। ਡਰੋਨ ਦੀ ਮਦਦ ਦੇ ਨਾਲ ਨਜ਼ਰ ਰੱਖੀ ਜਾ ਰਹੀ। ਤਾਂ ਕੁਝ ਦੂਰੀ ਤੇ ਜਾਣ ਤੋਂ ਬਾਅਦ ਗੁਰਜੋਤ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਉਸ ਤੋਂ ਕਈ ਜਿਹੜੇ ਅੰਦਾਜ਼ੇ ਵੀ ਲਗਾਏ ਜਾਣਗੇ ਔਰ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਤੇ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਕੀਤੇ ਹੋਏ ਨੇ। ਤਾਂ ਹਾਈਵੇ ਤੋਂ ਅਸੀਂ ਪੈਦਲ ਚੱਲ ਕੇ ਦਿਖਾ ਰਹੇ ਹਾਂ ਕਿ ਕਿੱਥੋਂ ਕਿਸਾਨ ਜਿਹੜੇ ਨੇ ਉਹ ਬੈਰੀਕੇਡ ਤੋੜ ਕੇ ਅੱਗੇ ਵਧਣਾ ਸ਼ੁਰੂ ਹੋਏ ਔਰ ਉਸ ਤੋਂ ਬਾਅਦ ਅੱਗੇ ਕਿਸ ਤਰੀਕੇ ਦੀ ਤਸਵੀਰ ਹੈ ਕਿਉਂਕਿ ਪਿਛਲੇ 2 ਦਿਨਾਂ ਤੋਂ ਜਿਹੜਾ ਹਾਈਵੇ ਵਾਲਾ ਰਸਤਾ ਉਹ ਬੰਦ ਕੀਤਾ ਗਿਆ ਸੀ। ਕਿਸਾਨ ਜੇਕਰ ਆ ਵੀ ਰਹੇ ਸੀ ਤਾਂ ਇਹਨਾਂ ਖੇਤਾਂ ਦੇ ਰਾਹੀਂ ਜਾਂ ਤਾਂ ਪੈਦਲ ਆ ਰਹੇ ਸੀ ਜਾਂ ਫਿਰ ਜਿਹੜੇ ਹੋਰ ਪਿੰਡਾਂ ਦੇ ਰਾਹੀਂ ਰਸਤੇ ਆਉਂਦੇ ਨੇ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਤਾਂ ਬਸ ਕੁਝ ਹੀ ਦੂਰੀ ਤੇ ਤਸਵੀਰ ਜਿਹੜੀ ਹੈ ਉੱਥੇ ਵੱਡੀ ਤਾਦਾਦ ਦੇ ਵਿੱਚ ਬੱਸਾਂ ਜਿਹੜੀਆਂ ਨੇ ਵਾਟਰ ਕੈਨਨ ਹੋਰ ਜਿਹੜੇ ਐਂਟੀ ਰਾਇਟ ਵਹੀਕਲ ਹੁੰਦੇ ਨੇ ਉਹਨਾਂ ਨੂੰ ਉੱਥੇ ਤੈਨਾਤ ਕੀਤਾ ਗਿਆ। ਤਾਂ ਬਿਲਕੁਲ ਸਾਹਮਣੇ ਹੁਣ ਉਹ ਤਸਵੀਰ ਅਸੀਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਔਰ ਖੇਤਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਸਾਨ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਰਸਤਾ ਉਹਨਾਂ ਦੇ ਕੋਲ ਹੋਰ ਕੋਈ ਹੈ ਨਹੀਂ। ਹਾਈਵੇ ਤੋਂ ਜਿਹੜੀ ਲਿੰਕ ਰੋਡ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਇਸੇ ਲਿੰਕ ਰੋਡ ਤੋਂ ਹੀ ਕਿਸਾਨ ਅੱਗੇ ਆਉਣ ਦੀ ਜ਼ਿੱਦ ਕਰਦੇ ਹੋਏ ਨਜ਼ਰ ਆਏ ਔਰ ਉਸ ਜ਼ਿੱਦ ਦਾ ਨਤੀਜਾ ਇਹ ਹੋਇਆ ਕਿ ਸਥਿਤੀ ਜਿਹੜੀ ਆ ਉਹ ਤਣਾਅਪੂਰਨ ਬਣੀ, ਸਥਿਤੀ ਜਿਹੜੀ ਆ ਟਕਰਾਅ ਵਾਲੀ ਬਣੀ। ਤਾਂ ਹੁਣ ਤੁਸੀਂ ਦੇਖੋ ਕਿ ਇਹ ਫੈਕਟਰੀ ਦੀ ਜਿਹੜੀ ਹੱਦ ਹੈ ਉਹ ਇੱਥੋਂ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਜਿਹੜੀ ਮੇਰੇ ਖੱਬੇ ਪਾਸੇ ਫੈਕਟਰੀ ਦੀ ਦੀਵਾਰ ਹੈ ਔਰ ਇਸ ਦੀਵਾਰ ਦੇ ਅੱਗੇ ਜਿਹੜਾ ਖੁੱਲਾ ਮੈਦਾਨ ਹੈ ਇੱਥੇ ਹੁਣ ਜਿੰਨੀਆਂ ਵੀ ਗੱਡੀਆਂ ਨੇ ਇਹ ਸਾਰੀਆਂ ਪੁਲਿਸ ਮੁਲਾਜ਼ਮਾਂ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਨਾਲ ਸੰਬੰਧਿਤ ਨੇ। ਮੈਂ ਵਾਟਰ ਕੈਨਨ ਦਾ ਜ਼ਿਕਰ ਕਰ ਰਿਹਾ ਸੀ ਤਾਂ ਵਾਟਰ ਕੈਨਨ ਹਾਈਵੇ ਤੇ ਵੀ ਤੈਨਾਤ ਕੀਤੀਆਂ ਗਈਆਂ ਨੇ ਔਰ ਵੀ ਕਈ ਥਾਵਾਂ ਤੇ ਇਸ ਤਰੀਕੇ ਦੇ ਨਾਲ। ਤਾਂ ਹੁਣ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਜੇਕਰ ਕਿਸਾਨ ਇਸ ਗੇਟ ਵਾਲੇ ਪਾਸੇ ਪਹੁੰਚਦੇ ਨੇ ਤਾਂ ਟਕਰਾਅ ਦੀ ਸਥਿਤੀ ਜਿਹੜੀ ਆ ਹੋਰ ਗੰਭੀਰ ਹੋ ਸਕਦੀ ਹੈ। ਤਾਂ ਇਸ ਵੇਲੇ ਵੈਸੀ ਹੀ ਤਸਵੀਰ ਨਜ਼ਰ ਆ ਰਹੀ ਹੈ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀ। ਤਾਂ ਜੇਕਰ ਇੱਥੇ ਟਕਰਾਅ ਹੁੰਦਾ ਤਾਂ ਮਾਹੌਲ ਵਿਗੜ ਸਕਦਾ ਹੈ। ਕਿਸਾਨ ਇੱਕ ਪਾਸੇ ਤੁਸੀਂ ਦੇਖੋ ਬਿਲਕੁਲ ਬਿਲਕੁਲ ਰਾਜੀਵ ਤੁਸੀਂ ਉਸੇ ਥਾਂ ਤੇ ਪਹੁੰਚ ਰਹੇ ਹੋ ਜਿੱਥੇ ਪੁਲਿਸ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ। ਬਿਲਕੁਲ ਔਰ ਰਾਹ ਦੀ ਤਸਵੀਰ ਵੀ ਦਿਖਾ ਰਹੇ ਹੋ, ਸਿੱਧੀ ਤਸਵੀਰ ਅਸੀਂ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਇੱਥੇ ਵੀ ਬੈਰੀਕੇਡਿੰਗ ਜੀ ਇੱਥੇ ਬਿਲਕੁਲ ਗੁਰਜੋਤ ਇਹ ਤਸਵੀਰ ਬਹੁਤ ਅਹਿਮ ਹੈ। ਇੱਥੇ ਬੈਰੀਕੇਡ ਤੋੜ ਦਿੱਤੇ ਗਏ ਨੇ ਪੁਲਿਸ ਦੇ। ਤੁਸੀਂ ਦੇਖੋ ਕਿ ਇੱਥੇ ਵੀ ਝੜਪ ਜਿਹੜੀ ਆ ਉਹ ਹੋ ਚੁੱਕੀ ਹੈ। ਤਾਂ ਸਥਿਤੀ ਹੁਣ ਲਗਾਤਾਰ ਤਣਾਅ ਵਾਲੀ ਬਣਦੀ ਜਾ ਰਹੀ ਹੈ। ਤੁਸੀਂ ਦੇਖੋ ਕਿ ਪਹਿਲਾਂ ਉੱਥੇ ਬੈਰੀਕੇਡ ਜਿਹੜੇ ਤੋੜੇ ਔਰ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਜੇਕਰ ਗੇਟ ਦੇ ਬਾਹਰ ਜਿੱਥੇ ਪੁਲਿਸ ਦੇ ਆਲਾ ਆਫੀਸਰ ਤੈਨਾਤ ਨੇ ਤਾਂ ਹਾਲੇ ਵੀ ਝੜਪ ਜਿਹੜੀ ਉਹ ਜਾਰੀ ਹੈ। ਤਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਹਾਲੇ ਵੀ ਕਿਸਾਨ ਜਿਹੜੇ ਨੇ ਉਹ ਬੈਰੀਕੇਡ ਤੋੜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਅੱਗੇ ਜਾ ਕੇ ਅਸੀਂ ਬਿਲਕੁਲ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਸਵੀਰਾਂ ਅਸੀਂ ਸਿੱਧੀਆਂ ਦੇਖ ਰਹੇ ਹਾਂ ਤਾਂ ਇੱਥੇ ਵੀ ਤਣਾਅਪੂਰਨ ਮਾਹੌਲ ਹੈ। ਇੱਥੇ ਵੀ ਕੋਸ਼ਿਸ਼ ਹੈ, ਬਹੁਤ ਵੱਡੀ ਤਾਦਾਦ ਹੈ, ਬਹੁਤ ਵੱਡੀ ਤਾਦਾਦ ਹੈ ਕਿਸਾਨਾਂ ਦੀ, ਬਹੁਤ ਵੱਡੀ ਤਾਦਾਦ ਹੈ ਪੁਲਿਸ ਮੁਲਾਜ਼ਮਾਂ ਦੀ। ਵਾਟਰ ਕੈਨਨ ਦਾ ਇਸਤੇਮਾਲ ਅਜੇ ਤੱਕ ਨਹੀਂ ਹੋਇਆ ਪਰ ਗੱਡੀਆਂ ਦਾ ਬੰਦੋਬਸਤ ਜ਼ਰੂਰ ਕੀਤਾ ਹੋਇਆ ਹੈ। ਇੱਥੇ ਝੜਪ ਹੋ ਰਹੀ ਹੈ ਰਾਜੀਵ ਜੀ। ਸਾਰੀ ਬੈਰੀਕੇਡਿੰਗ ਜਿਹੜੀ ਪੁਲਿਸ ਦੀ, ਇਹ ਪੁਲਿਸ ਦੇ ਸਾਰੇ ਪ੍ਰਬੰਧ ਸੀ ਜਿਹੜੇ ਇਸ ਵੇਲੇ ਖੇਤਾਂ ਦੇ ਵਿੱਚ ਖਿਲਰੇ ਹੋਏ ਨਜ਼ਰ ਆ ਰਹੇ ਨੇ। ਇਹ ਸਾਰੀ ਬੈਰੀਕੇਡਿੰਗ ਜਿਹੜੀ ਹੈ ਉਹ ਇਸ ਲਈ ਕੀਤੀ ਗਈ ਸੀ ਕਿ ਇਸ ਰਸਤੇ ਤੋਂ ਕੋਈ ਅੱਗੇ ਨਾ ਜਾ ਸਕੇ। ਪਰ ਤੁਸੀਂ ਦੇਖ ਸਕਦੇ ਕਿਸਾਨਾਂ ਵੱਲੋਂ ਇਹ ਸਾਰੇ ਬੈਰੀਕੇਡ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ। ਸਿਰਫ ਤੇ ਸਿਰਫ ਜਿਹੜੀਆਂ ਬੱਸਾਂ ਬੈਰੀਕੇਡ ਦੇ ਰੂਪ ਦੇ ਵਿੱਚ ਇੱਥੇ ਖੜਾਈਆਂ ਗਈਆਂ ਸੀ ਉਹ ਬੱਸਾਂ ਜ਼ਰੂਰ ਨਜ਼ਰ ਆ ਰਹੀਆਂ ਨੇ, ਮੁਲਾਜ਼ਮ ਨਜ਼ਰ ਆ ਰਹੇ ਨੇ। ਤਾਂ ਅੱਗੇ ਜਾ ਬਿਲਕੁਲ ਜੀ ਰਾਜੀਵ ਬਿਲकुल ਉਸੇ ਥਾਂ ਤੇ ਇਸ ਵੇਲੇ ਤਸਵੀਰਾਂ ਦਿਖਾ ਰਹੇ ਹਾਂ, ਐਕਸਕਲੂਸਿਵ ਤਸਵੀਰਾਂ ਨੇ। ਬੈਰੀਕੇਡਿੰਗ ਪੂਰੇ ਖਿਲਰੇ ਹੋਏ ਨੇ, ਬੈਰੀਕੇਡਸ ਜਿਹੜੇ ਲਗਾਏ ਹੋਏ ਸੀ, ਬੰਦੋਬਸਤ ਕੀਤਾ ਹੋਇਆ ਸੀ ਪਰ ਇੱਥੇ ਬਹੁਤ ਵੱਡੀ ਤਾਦਾਦ 'ਚ ਕਿਸਾਨ ਪਹੁੰਚ ਗਏ ਨੇ। ਹੱਥਾਂ ਦੇ ਵਿੱਚ ਉਹਨਾਂ ਦੇ ਝੰਡੇ ਨੇ, ਤੈਨਾਤੀ ਹੈ ਪੁਲਿਸ ਦੀ। ਜੀ ਖੇਤਾਂ ਦੇ ਵਿੱਚ ਨਜ਼ਰ ਆ ਰਹੇ ਨੇ। ਤਾਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ।
ਤਾਂ ਇੱਥੇ ਵੀ ਸਥਿਤੀ ਜਿਹੜੀ ਹੈ ਉਹ ਤਣਾਅ ਵਾਲੀ ਬਣੀ ਹੋਈ ਹੈ। ਉੱਪਰ ਛੱਡ ਜਾ। ਤਾਂ ਬਿਲਕੁਲ ਤਸਵੀਰਾਂ ਅਸੀਂ ਦੇਖ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣੇ ਹੋਏ ਨੇ। ਬੱਸਾਂ ਨੂੰ ਖੜਾ ਕੀਤਾ ਗਿਆ ਸੀ, ਪੁਲਿਸ ਨੇ ਆਪਣੇ ਪ੍ਰਬੰਧ ਦੇ ਲਈ ਖੜਾ ਕੀਤਾ ਗਿਆ ਸੀ ਔਰ ਇਸ ਵੇਲੇ ਬਹੁਤ ਹੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਇੱਥੇ ਵੀ ਝੜਪ ਦੀ ਜੋ ਜਾਣਕਾਰੀ ਔਰ ਰਾਜੀਵ ਸਾਡੇ ਤੱਕ ਪਹੁੰਚਾ ਰਹੇ ਨੇ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਝੰਡੇ ਲੈ ਕੇ ਕਿਸਾਨ ਹੁਣ ਜਿਹੜੇ ਨੇ ਅਸੀਂ ਅੱਗੇ ਤੱਕ ਪਹੁੰਚ ਚੁੱਕੇ ਨੇ। ਕੋਸ਼ਿਸ਼ ਕਰਾਂਗੇ ਕਿ ਇੱਥੇ ਹਾਈਟ ਦੇ ਇਜਾਜ਼ਤ ਉੱਤੋਂ ਨਹੀਂ ਤਸਵੀਰਾਂ ਸੀ। ਸਾਂਝੀਆਂ ਜੀ। ਕੀਤੀਆਂ ਜਾਣ। ਤਾਂ ਇਹ ਤਾਂ ਪੁਲਿਸ ਫੋਰਸ ਨੂੰ ਹੁਣ ਅਲਰਟ ਕਰ ਦਿੱਤਾ ਗਿਆ ਇੱਕ ਵਾਰ ਫਿਰ ਤੋਂ। ਤਾਂ ਇੱਕ ਪਾਸੇ ਕਿਸਾਨ ਔਰ ਦੂਸਰੇ ਪਾਸੇ ਪੁਲਿਸ ਫੋਰਸ ਜਿਹੜੀ ਹੈ ਉਹ ਡਟੀ ਹੋਈ ਨਜ਼ਰ ਆ ਰਹੀ ਹੈ ਔਰ ਇਹ ਕਾਫੀ ਅਸੀਂ ਕਹਿ ਸਕਦੇ ਹਾਂ ਕਿ ਅਹਿਮ ਤਸਵੀਰਾਂ ਰਹਿਣ ਵਾਲੀਆਂ ਨੇ, ਕਿਉਂਕਿ